ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜੀਏ। ਆਪ ਜੀ ਨੂੰ ਪਤਾ ਹੈ ਕਿ ਜੋ ਆਪਾਂ ਲੜੀਵਾਰ ਵਿਚਾਰ ਹਠ ਯੋਗ ਅਤੇ ਰਾਜ ਯੋਗ ਦੀ ਦੋਨਾਂ ਨੂੰ ਬਰਾਬਰ ਰੱਖ ਕੇ ਕਰ ਰਹੇ ਹਾਂ, ਉਸ ਵਿੱਚੋਂ ਅੰਗ ਨੰਬਰ 2 ਜਿਸ ਦਾ ਨਾਮ ਨਿਯਮ ਹੈ ਅਤੇ ਨਿਯਮ ਦਾ ਅੰਗ ਨੰਬਰ 3 ਆਪਾਂ ਪਿਛਲੀ ਕਥਾ ਵਿੱਚ ਸਰਵਣ ਕੀਤਾ ਸੀ। ਅੱਜ ਆਪਾਂ ਇਸੇ ਹੀ ਨਿਯਮ ਦੇ ਅੰਤਰਗਤ ਇਸ ਦਾ ਅੰਗ ਨੰਬਰ 4 ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਜਿਸ ਨੂੰ ਆਤਮ ਚਿੰਤਨ ਆਖਦੇ ਹਨ। ਫਿਰ ਇਸ ਤੋਂ ਅੱਗੇ ਇਸ ਦਾ ਅੰਗ ਨੰਬਰ 5 ਹੈ, ਜਿਸ ਨੂੰ ਈਸ਼ਵਰ ਸਮਰਪਣ ਆਖਦੇ ਹਨ ਜਾਂ ਈਸ਼ਵਰ ਪ੍ਰਨਿਧਾਨ ਆਖਦੇ ਹਨ। ਪਰਮਾਤਮਾ ਦੇ ਪੂਰਨ ਤੌਰ ਤੇ ਆਪਣੇ ਆਪ ਨੂੰ ਸਮਰਪਿਤ ਕਰ ਦੇਣ ਦੀ ਭਾਵਨਾ ਨੂੰ ਈਸ਼ਵਰ ਸਮਰਪਣ ਆਖਦੇ ਹਨ। ਸੋ ਇਸ ਤੋਂ ਪਹਿਲਾਂ 1 ਮਿੰਟ ਆਪ ਜੀ ਦੇ ਨਾਲ ਜੋ ਪੰਜਾਬ ਦੇ ਅੰਦਰ ਹੋ ਰਿਹਾ ਹੈ, ਆਪ ਸਾਰੀ ਸੰਗਤ, ਸਾਰਾ ਸਿੱਖ ਸਮਾਜ, ਸਮੁੱਚੀ ਦੁਨੀਆ ਭਲੀ ਭਾਂਤ ਜਾਣੂ ਹੈ, ਕਿਉਂਕਿ ਅੱਜ ਕੱਲ੍ਹ ਮੀਡੀਆ ਦਾ ਯੁੱਗ ਹੈ। ਸੋ ਜੋ ਕੁਝ ਵੀ ਹੋ ਰਿਹਾ ਹੈ ਉਹ ਦੁੱਖ ਭਰਿਆ ਹੈ। ਪੰਜਾਬ ਵਾਸੀਆਂ ਨਾਲ ਸਾਡੀ ਹਮਦਰਦੀ ਹੈ। ਜੋ ਕੁਝ ਉੱਥੇ ਵਾਪਰਿਆ, ਚਾਹੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੱਲ ਨੂੰ ਕਦਮ ਪੁੱਟੇ ਗਏ, ਚਾਹੇ ਉਸ ਤੋਂ ਬਾਅਦ ਸ਼ਾਂਤੀਪੂਰਵਕ ਰੋਸ ਪ੍ਰਗਟ ਕਰ ਰਹੇ ਸਿੱਖਾਂ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਚਾਹੇ ਉਸ ਤੋਂ ਬਾਅਦ ਸਿੱਖਾਂ ਨੂੰ ਹੀ ਫੜ ਕੇ ਪੁਲਿਸ ਉਹਨਾਂ ਉੱਤੇ ਤਸ਼ੱਦਦ ਕਰ ਰਹੀ ਹੈ ਅਤੇ ਝੂਠੇ ਕੇਸ ਸਿੱਖਾਂ ਉੱਤੇ ਹੀ ਪਾ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਰੀ ਕਹਾਣੀ ਦੁੱਖ ਭਰੀ ਹੈ। ਇਸ ਤਰ੍ਹਾਂ ਹੀ ਮਹਿਸੂਸ ਹੁੰਦਾ ਹੈ ਕਿ ਜਿਵੇਂ ਪੰਜਾਬ ਦੇ ਅੰਦਰ ਖੂਨ ਕੇ ਸੋਹਲੇ ਗਾਏ ਜਾ ਰਹੇ ਹੋਣ, ਜਿਵੇਂ ਰੱਤ ਕਾ ਕੁੰਗੂ ਛਿੜਕਿਆ ਜਾ ਰਿਹਾ ਹੋਵੇ। ਵਾਹਿਗੁਰੂ ਜੀ ਸਭਨਾਂ ਨੂੰ ਸੁਮਤ ਬਖਸ਼ਿਸ਼ ਕਰਨ, ਤਾਂ ਜੋ ਇਹੋ ਜਿਹੇ ਕਾਰਨਾਮੇ ਜੋ ਦਿਲ ਕੰਬਾ ਦੇਣ ਵਾਲੇ ਹਨ ਔਰ ਮਨੁੱਖਤਾ ਲਈ ਮੰਦਭਾਗੇ ਹਨ, ਇਹ ਨਾ ਹੋਣ। ਸੋ ਆਓ ਅਸੀਂ ਆਪਣੀ ਅੱਜ ਦੀ ਵਿਚਾਰਧਾਰਾ ਨਾਲ ਆਪਣੀਆਂ ਮਨ ਬਿਰਤੀਆਂ ਜੋੜੀਏ। ਅੱਜ ਦੀ ਵਿਚਾਰਧਾਰਾ ਹੈ ਆਤਮ ਚਿੰਤਨ। ਅਸਲ ਵਿੱਚ ਜੋ ਕੁਝ ਮਨੁੱਖ ਕਰ ਰਿਹਾ ਹੈ ਹੁਣ, ਇਸ ਦੀ ਘੋਖ ਕਰਨਾ ਹੀ ਆਤਮ ਚਿੰਤਨ ਹੈ ਕਿ ਮੈਂ ਕੀ ਕਰ ਰਿਹਾ ਹਾਂ ਜ਼ਿੰਦਗੀ ਵਿੱਚ, ਮੈਨੂੰ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ, ਕਿਹੜੇ ਕਰਮ ਨੇ ਜਿਹੜੇ ਕਰਮ ਕਰਕੇ ਮੈਂ ਮਨੁੱਖਾ ਜੀਵਨ ਨੂੰ ਸਫਲ ਬਣਾ ਸਕਦਾ ਹਾਂ, ਕਿਹੜੇ ਕਰਮ ਨੇ ਜਿਨ੍ਹਾਂ ਕਰਮਾਂ ਨੂੰ ਕਮਾ ਕੇ ਮੈਂ ਇਸ ਮਨੁੱਖਾ ਲੈਵਲ ਤੋਂ ਥੱਲੇ ਡਿੱਗ ਕੇ ਆਪਣੇ ਮਨੁੱਖਾ ਜੀਵਨ ਨੂੰ ਬਰਬਾਦ ਵੀ ਕਰ ਸਕਦਾ ਹਾਂ। ਬਸ ਇਸੇ ਹੀ ਘੋਖ ਨੂੰ, ਇਸੇ ਹੀ ਪਰਖ ਤੇ ਪੜਚੋਲ ਨੂੰ
ਆਤਮ ਚਿੰਤਨ ਆਖਦੇ ਨੇ। ਸੋ ਜਦੋਂ ਆਪਾਂ ਗੁਰਬਾਣੀ ਵਿੱਚੋਂ ਆਤਮ ਚਿੰਤਨ ਦੇ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਤਿਗੁਰੂ ਜੀ ਇੱਕ ਕਿਸੇ ਵਿਦਵਾਨ ਪੰਡਿਤ ਨੂੰ ਸਾਹਮਣੇ ਰੱਖ ਕੇ ਉਹਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸਾਨੂੰ ਆਤਮ ਤੱਤ ਸਮਝਣ ਦੀ ਹਦਾਇਤ ਕਰਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਸੁਣ ਪੰਡਿਤ ਕਰਮਾਕਾਰੀ। ਕਰਮਾਕਾਰੀ ਦਾ ਮਤਲਬ ਹੈ ਕਰਮਕਾਂਡੀ, ਕਿਉਂਕਿ ਬ੍ਰਾਹਮਣ ਲੋਕ, ਪੰਡਿਤ ਲੋਕ ਬਹੁਤ ਸਾਰੇ ਅਜਿਹੇ ਕਰਮ ਕਾਂਡ ਕਰਦੇ ਨੇ ਜਿਨ੍ਹਾਂ ਦੇ ਕਰਨ ਦਾ ਮਨੁੱਖਤਾ ਨੂੰ ਵੀ ਲਾਭ ਨਹੀਂ ਹੁੰਦਾ ਤੇ ਉਹਨਾਂ ਨੂੰ ਸੰਸਾਰਿਕ ਜਾਂ ਦੁਨਿਆਵੀ ਲਾਭ ਜਾਂ ਆਰਥਿਕ ਲਾਭ ਤੇ ਹੋ ਸਕਦਾ, ਪਰ ਆਤਮਿਕ ਲਾਭ ਉਹਨਾਂ ਨੂੰ ਵੀ ਨਹੀਂ ਹੁੰਦਾ। ਸੋ ਜਿਨ੍ਹਾਂ ਕਰਮਾਂ ਦੇ ਕਰਨ ਨਾਲ ਮਨੁੱਖਤਾ ਨੂੰ ਲਾਭ ਨਾ ਪਹੁੰਚਦਾ ਹੋਵੇ, ਸਗੋਂ ਭਰਮ ਤੇ ਭੁਲੇਖਿਆਂ ਵਿੱਚ ਮਨੁੱਖਤਾ ਨੂੰ ਪਾਇਆ ਜਾਂਦਾ ਹੋਵੇ, ਉਹਨਾਂ ਕਰਮਾਂ ਨੂੰ ਕਰਮ ਕਾਂਡ ਆਖਦੇ ਨੇ। ਸੁਣ ਪੰਡਿਤ ਕਰਮਾਕਾਰੀ, ਇਹ ਕਰਮ ਕਾਂਡ ਕਰਨ ਵਾਲੇ ਪੰਡਿਤ ਸੁਣ। ਜਿਤ ਕਰਮ ਸੁਖ ਉਪਜੈ ਪਾਈ, ਐ ਮੇਰੇ ਭਰਾ, ਜਿਸ ਕਰਮ ਕਰਨ ਦੇ ਨਾਲ ਸਦੀਵੀ ਆਤਮਿਕ ਸੁਖ ਪੈਦਾ ਹੁੰਦਾ ਹੈ, ਤੂੰ ਉਸ ਨੂੰ ਛੱਡ ਕੇ ਤੇ ਹੋਰ ਕਰਮ ਕਾਂਡਾਂ ਵਿੱਚ ਆਪ ਫਸਿਆ ਹੋਇਆ ਹੈ ਤੇ ਤੂੰ ਮਨੁੱਖਤਾ ਨੂੰ ਵੀ ਇਸ ਜਾਲ ਵਿੱਚ ਫਸਾਈ ਜਾ ਰਿਹਾ ਹੈ। ਨਾ ਤੇਰਾ ਆਪਣਾ ਭਲਾ ਹੋਏਗਾ ਤੇ ਨਾ ਤੇਰੇ ਪਿੱਛੇ ਲੱਗ ਕੇ ਤੇਰੀ ਗੱਲ ਮੰਨਣ ਵਾਲਿਆਂ ਦਾ ਭਲਾ ਹੋਏਗਾ। ਸੋ ਪੰਡਿਤ ਨੇ ਅੱਗੋਂ ਸਵਾਲ ਜ਼ਰੂਰ ਕੀਤਾ ਹੋਏਗਾ ਕਿ ਗੁਰੂ ਜੀ ਫਿਰ ਉਹ ਕਿਹੜਾ ਅਜਿਹਾ ਕਰਮ ਹੈ ਜਿਸ ਦੇ ਕਰਨ ਦੇ ਨਾਲ ਆਤਮਿਕ ਸਦੀਵੀ ਸੁਖ ਪੈਦਾ ਹੋ ਜਾਂਦਾ ਹੈ ਤੇ ਫਿਰ ਦੁੱਖ ਨਹੀਂ ਲੱਗਦਾ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਸੋ ਆਤਮ ਤਤ ਵਿਚਾਰੀ। ਉਹ ਕਰਮ ਹੈ ਆਤਮਾ ਦੇ ਤੱਤ ਨੂੰ ਵਿਚਾਰਨਾ। ਆਤਮਾ ਦਾ ਤੱਤ ਸਾਡਾ ਆਪਣਾ ਆਪਾ ਹੈ। ਅਸਲ ਵਿੱਚ ਇਹ ਗੱਲ ਹੈ, ਭਾਵੇਂ ਇਹ ਗੱਲ ਆਖੀ ਜਾਂਦੀ ਹੈ ਕਿ ਆਤਮਾ ਪਰਮ ਪਿਤਾ ਪਰਮਾਤਮਾ ਦੀ ਅੰਸ਼ ਹੈ। ਜਦੋਂ ਆਪਾਂ ਅੰਸ਼ ਦੀ ਗੱਲ ਕਰਦੇ ਹਾਂ ਤੇ ਇਸ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਪਰਮਾਤਮਾ ਦਾ ਹੀ ਕੁਝ ਹਿੱਸਾ, ਪਰਮਾਤਮਾ ਦੀ ਹੀ ਕੁਝ ਸ਼ਕਤੀ, ਪਰਮਾਤਮਾ ਦੀ ਹੀ ਕੁਝ ਸੱਤਾ ਸਾਡੇ ਅੰਦਰ ਮੌਜੂਦ ਹੈ। ਉਸ ਨੂੰ ਹੀ ਆਤਮਾ ਆਖਦੇ ਨੇ ਤੇ ਅਸਲ ਵਿੱਚ ਉਹ ਹੀ ਸਾਡਾ ਆਪਣਾ ਆਪਾ ਹੈ। ਆਪਣੇ ਆਪੇ ਨੂੰ ਸਮਝ ਲੈਣਾ, ਆਪਣੇ ਆਪੇ ਨੂੰ ਵਿਚਾਰਨਾ, ਬਸ ਇਹੋ ਇੱਕੋ ਇੱਕ ਗੁਣ ਹੈ। ਜੇ ਮਨੁੱਖ ਇਸ ਨੂੰ ਜ਼ਿੰਦਗੀ ਵਿੱਚ ਅਪਣਾ ਲਵੇ ਤੇ ਸਦੀਵੀ ਆਤਮਿਕ ਸੁੱਖ ਪੈਦਾ ਹੋ ਸਕਦਾ ਹੈ। ਜਿੰਨਾ ਚਿਰ ਅਸੀਂ ਆਤਮ ਤੱਤ ਨੂੰ ਨਹੀਂ ਵਿਚਾਰਦੇ, ਆਪਣੇ ਆਪੇ ਦੀ ਘੋਖ ਨਹੀਂ ਕਰਦੇ, ਪੜਚੋਲ ਨਹੀਂ ਕਰਦੇ, ਉਹਨਾਂ ਚਿਰ ਸਦੀਵੀ ਆਤਮਿਕ ਸੁੱਖ ਨਹੀਂ ਪੈਦਾ ਕੀਤਾ ਜਾ ਸਕਦਾ। ਦੁਨਿਆਵੀ ਜਾਂ ਸਰੀਰਕ ਸੁੱਖ ਤੇ ਲੱਭੇ ਜਾ ਸਕਦੇ ਨੇ। ਸੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਸ ਵਿਚਾਰਧਾਰਾ ਨੂੰ ਅਸੀਂ ਪੱਲੇ ਬੰਨਣਾ ਤੇ ਹਮੇਸ਼ਾ ਵਿਦਵਾਨ ਇਹ ਗੱਲ ਆਖਦੇ ਨੇ ਕਿ ਗੁਰਮੁਖੋ ਹਰ ਰੋਜ਼ ਘੱਟ ਤੋਂ ਘੱਟ 2 ਵਾਰੀ, ਜ਼ਿਆਦਾ ਵਾਰੀ ਹੋ ਸਕੇ ਤੇ ਚੰਗਾ ਏ, ਨਹੀਂ ਤੇ ਘੱਟ ਤੋਂ ਘੱਟ 2 ਵੇਲੇ ਆਤਮ ਚਿੰਤਨ ਕਰਿਆ ਕਰੋ। 2 ਵੇਲੇ ਕਿਹੜੇ ਨੇ? ਸਵੇਰੇ ਉਠੋ ਤੇ ਸਾਰੀ ਰਾਤ ਕੀ ਕੀਤਾ ਉਸ ਦੇ ਉੱਤੇ ਆਤਮ ਚਿੰਤਨ ਕਰੋ। ਸ਼ਾਮ ਪੈ ਜਾਏ ਤੇ ਸ਼ਾਮ ਨੂੰ ਘਰ ਬੈਠ ਕੇ ਆਰਾਮ ਨਾਲ ਆਤਮ ਚਿੰਤਨ ਕਰੋ ਕਿ ਮੈਂ ਸਾਰਾ ਦਿਨ ਕੀ ਕੀਤਾ। ਇਸ ਗੱਲ ਨੂੰ ਭਗਤ ਕਬੀਰ ਸਾਹਿਬ ਇਸ ਤਰ੍ਹਾਂ ਆਖਦੇ ਨੇ, ਬੰਦੇ ਖੋਜ ਦਿਲ ਹਰ ਰੋਜ਼ 2 ਵੇਲੇ, ਸਵੇਰੇ ਤੇ ਸ਼ਾਮ ਆਪਣੇ ਅੰਦਰ ਨੂੰ ਖੋਜਿਆ ਕਰ,
ਆਪਣੇ ਅੰਦਰ ਵਿੱਚ ਝਾਤੀ ਮਾਰਿਆ ਕਰ। ਇਸੇ ਹੀ ਗੱਲ ਨੂੰ ਬਾਬਾ ਫਰੀਦ ਜੀ ਆਪਣੇ ਲਫ਼ਜ਼ਾਂ ਵਿੱਚ ਆਖਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ, ਇੱਥੇ ਲਤੀਫ ਦਾ ਅਰਥ ਵਿਦਵਾਨਾਂ ਨੇ ਕੀਤਾ ਬਰੀਕ ਮੱਤ ਵਾਲਾ, ਸਿਆਣਾ, ਸਮਝਦਾਰ। ਜੇ ਤੂੰ ਬਹੁਤ ਸਿਆਣਾ ਸਮਝਦਾਰ ਹੈ, ਜੇ ਤੂੰ ਅਕਲ ਲਤੀਫ ਹੈ, ਕਾਲੇ ਲੇਖ ਨਾ ਲੇਖ। ਕਾਲੇ ਲੇਖਾਂ ਤੋਂ ਭਾਵੇਂ ਮੰਦੇ ਕਰਮ, ਮੰਦੇ ਕਰਮ ਨਾ ਕਮਾ। ਜੇ ਮੰਦੇ ਕਰਮ ਕਮਾਏਗਾ ਤੇ ਸਮਝ ਲਾ ਤੂੰ ਆਪਣੇ ਆਪ ਹੀ ਆਪਣੀ ਇਸ ਕਿਸਮਤ ਦੀ ਡਾਇਰੀ ਦੇ ਉੱਤੇ ਆਪਣੇ ਹੱਥੀਂ ਆਪਣੀ ਕਲਮ ਦੇ ਨਾਲ ਕਾਲੇ ਲੇਖ ਲਿਖ ਰਿਹਾ ਹੋਏਗਾ, ਜਿਨ੍ਹਾਂ ਨੂੰ ਕਦੀ ਵੀ ਧੋਤਾ ਨਹੀਂ ਜਾ ਸਕੇਗਾ, ਕਿਉਂਕਿ ਤੂੰ ਖੁਦ ਹੀ ਤੇ ਕਮਾਏ ਨੇ ਕਰਮ ਤੇ ਖੁਦ ਹੀ ਉਹਨਾਂ ਨੂੰ ਲਿਖਿਆ। ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਨੜੇ ਗਿਰੀਵਾਨ ਮੈਂ, ਜਿਹਨੂੰ ਅਸੀਂ ਪੰਜਾਬੀ ਦਾ ਇੱਕ ਮੁਹਾਵਰਾ ਹੈ, ਸਹਿ ਸੁਭਾਏ ਅਸੀਂ ਆਖ ਦਿੰਦੇ ਹਾਂ, ਉਹ ਭਲਿਆ ਆਪਣੀ ਬੁੱਕਲ ਵਿੱਚ ਤੇ ਝਾਤੀ ਮਾਰ ਕੇ ਵੇਖ। ਦੂਜਿਆਂ ਦੀਆਂ ਤੂੰ ਗੱਲਾਂ ਕਰਦਾ ਫਿਰਦਾ ਹੈ, ਦੂਜਿਆਂ ਉੱਤੇ ਤੂੰ ਦੋਸ਼ ਲਗਾਉਂਦਾ ਫਿਰਦਾ ਹੈ, ਦੂਜਿਆਂ ਨੂੰ ਤੂੰ ਬੁਰਾ ਭਲਾ ਆਖਦਾ ਫਿਰਦਾ ਹੈ, ਲੋਕਾਂ ਦੀ ਤੂੰ ਹਰ ਵਕਤ ਨਿੰਦਿਆ ਕਰਦਾ ਹੈ। ਆਪਣੀ ਬੁੱਕਲ ਵਿੱਚ ਵੀ ਝਾਤੀ ਮਾਰ ਕੇ ਵੇਖਿਆ ਕਰ। ਸੋ ਆਪਣੀ ਬੁੱਕਲ ਵਿੱਚ ਝਾਤੀ ਮਾਰਨ ਨੂੰ ਬਾਬਾ ਫਰੀਦ ਜੀ ਆਖਦੇ ਨੇ, ਆਪਨੜੇ ਗਿਰੀਵਾਨ ਮਹਿ, ਆਪਣੀ ਬੁੱਕਲ ਵਿੱਚ ਸਿਰ ਨੀਵਾਂ ਕਰ ਦੇਖ, ਝਾਤੀ ਮਾਰ ਕੇ ਵੇਖ ਕਿ ਤੂੰ ਜ਼ਿੰਦਗੀ ਵਿੱਚ ਕੀ ਕਰਦਾ ਹੈ ਪਿਆ। ਅਸੀਂ ਪਿਛਲੇ ਐਤਵਾਰ ਗੱਲ ਕਰ ਰਹੇ ਸਾਂ ਕਰਮਾਂ ਦੀ, ਤੇ ਗੱਲ ਹੋ ਰਹੀ ਸੀ ਕਿ ਜੋ ਅਸੀਂ ਪਿੱਛੇ ਕਰਮ ਕੀਤੇ ਨੇ, ਚੰਗੇ ਕੀਤੇ ਨੇ ਜਾਂ ਮਾੜੇ ਕੀਤੇ ਨੇ, ਉਹ ਜੋ ਹੋ ਗਿਆ ਉਸ ਨੂੰ ਅਸੀਂ ਹੁਣ ਤਬਦੀਲ ਨਹੀਂ ਕਰ ਸਕਾਂਗੇ। ਸਮਾਂ ਨਿਕਲ ਚੁੱਕਾ ਹੈ ਤੇ ਬੀਤਿਆ ਸਮਾਂ ਕਦੀ ਹੱਥ ਨਹੀਂ ਆਉਂਦਾ। ਅਸੀਂ ਆਉਣ ਵਾਲੇ ਬਾਰੇ ਸੋਚਦੇ ਹਾਂ, ਉਹ ਪਤਾ ਨਹੀਂ ਆਏਗਾ ਕਿ ਨਹੀਂ। ਜੇ ਆਏਗਾ ਤੇ ਕਿਹੋ ਜਿਹਾ ਆਏਗਾ, ਕਿਹੋ ਜਿਹੇ ਹਾਲਾਤ ਹੋਣਗੇ, ਸਾਨੂੰ ਕੁਝ ਨਹੀਂ ਪਤਾ। ਗੱਲ ਚੱਲ ਰਹੇ ਸਮੇਂ ਦੀ, ਜੋ ਹੁਣ ਅਸੀਂ ਬਿਤਾ ਰਹੇ ਹਾਂ। ਬਸ ਇਹਦੇ ਉੱਤੇ ਝਾਤੀ ਮਾਰਨੀ ਹੈ ਕਿ ਹੁਣ ਅਸੀਂ ਕੀ ਕਰਮ ਕਰਦੇ ਹਾਂ। ਜੇ ਮੰਦੇ ਕਰਦੇ ਹਾਂ ਤੇ ਸਾਨੂੰ ਤੌਬਾ ਕਰਨੀ ਚਾਹੀਦੀ ਹੈ, ਛੱਡ ਦੇਣੇ ਚਾਹੀਦੇ ਨੇ। ਜੇ ਚੰਗੇ ਕਰਦੇ ਹਾਂ, ਉਹਨਾਂ ਵਿੱਚ ਹੋਰ ਵਾਧਾ ਕਰਨਾ ਚਾਹੀਦਾ ਹੈ। ਸੋ ਜਦੋਂ ਅਸੀਂ ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰਕੇ ਵੇਖਾਂਗੇ ਤੇ ਸਾਨੂੰ ਸਮਝ ਆ ਜਾਏਗੀ। ਸਾਰੇ ਦਿਨ ਦੇ ਕੀਤੇ ਕਰਮਾਂ ਦੇ ਲਿਸਟ ਸ਼ਾਮ ਨੂੰ ਅਸੀਂ ਖੋਲ ਕੇ ਵੇਖੀਏ, ਮੰਦਿਆਂ ਨੂੰ ਡਿਲੀਟ ਕਰੀਏ, ਭਾਵ ਅੱਗੇ ਤੋਂ ਨਾ ਕਰਨ ਲਈ ਪ੍ਰਣ ਕਰੀਏ। ਜਿਹੜੇ ਚੰਗੇ ਕੀਤੇ ਨੇ ਉਹਨਾਂ ਵੱਲ ਧਿਆਨ ਦੇ ਕੇ ਆਉਣ ਵਾਲੇ ਸਮੇਂ 'ਚ ਉਹਨਾਂ 'ਚ ਹੋਰ ਵਾਧਾ ਕਰੀਏ। ਇਸ ਨੂੰ ਆਖਦੇ ਨੇ ਆਤਮ ਚਿੰਤਨ ਕਰਨਾ। ਆਤਮ ਚਿੰਤਨ ਦਾ ਦੂਸਰਾ ਅਰਥ ਹੈ ਆਪਣੇ ਆਪੇ ਨੂੰ ਯਾਦ ਕਰਨਾ। ਚਿੰਤਨ ਦਾ ਅਰਥ ਯਾਦ ਕਰਨਾ ਵੀ ਹੁੰਦਾ ਹੈ। ਆਪਣੇ ਆਪੇ ਨੂੰ ਕਿਵੇਂ ਯਾਦ ਕਰੀਏ? ਕਿ ਆਪਣਾ ਨਾਮ ਜਪੀਏ? ਨਹੀਂ, ਸਗੋਂ ਆਪਣੇ ਆਪੇ ਨੂੰ ਪਹਿਲਾਂ ਪਹਿਚਾਣੀਏ ਕਿ ਮੈਂ ਹੈ ਕੀ ਹਾਂ, ਮੇਰਾ ਅਸਲੀ ਰੂਪ ਕੀ ਹੈ। ਅਸੀਂ ਆਪਣੇ ਆਪੇ ਨੂੰ ਇਹ ਸਰੀਰ ਮੰਨਿਆ ਹੋਇਆ ਹੈ। ਅਸੀਂ ਆਪਣੇ ਆਪੇ ਨੂੰ ਆਪਣੇ ਅਹੁਦੇ ਨਾਲ ਜੋੜ ਕੇ, ਆਪਣੇ ਨਾਮ ਨਾਲ ਜੋੜ ਕੇ, ਆਪਣੇ ਮਾਤਾ ਪਿਤਾ ਨਾਲ ਜੋੜ ਕੇ, ਮੈਂ ਫਲਾਣੇ ਦਾ ਬੱਚਾ ਹਾਂ, ਫਲਾਣੇ ਦਾ ਮੈਂ ਮਾਤਾ ਪਿਤਾ ਹਾਂ, ਤੇ ਇਹ ਮੇਰਾ ਅਹੁਦਾ ਹੈ, ਮੇਰਾ ਸਟੇਟਸ ਹੈ, ਇਹ ਮੇਰੀ ਸਾਰੀ ਜੋ ਵੀ ਅਸੀਂ ਬੜੀ ਵੱਡੀ ਫਹਿਰਿਸਤ ਬਣਾਈ ਹੋਈ ਹੈ। ਅਸੀਂ ਉਸ ਸਾਰੀਆਂ ਚੀਜ਼ਾਂ ਨੂੰ ਆਪਣਾ ਆਪਾ ਮੰਨਿਆ ਹੋਇਆ, ਪਰ ਇਹ ਸਾਡਾ ਆਪਣਾ ਆਪਾ ਨਹੀਂ। ਜਿਵੇਂ ਸਵਾਸ ਇਸ ਸਰੀਰ ਵਿੱਚੋਂ ਬਾਹਰ ਨਿਕਲਣਗੇ, ਜਿਸ ਚੀਜ਼ ਨੂੰ ਅਸੀਂ ਆਪਣਾ ਆਪਾ ਬਣਾਇਆ ਹੋਇਆ ਹੈ, ਇਹ ਸਾਰੀ ਚੀਜ਼ ਬਿਨਸ ਜਾਏਗੀ, ਕੁਝ ਵੀ ਬਾਕੀ ਨਹੀਂ ਰਹੇਗਾ। ਬਾਕੀ ਜੋ ਰਹੇਗਾ ਉਹ ਸਾਡਾ ਆਪਣਾ ਆਪਾ ਹੈ। ਉਸ ਦਾ ਚਿੰਤਨ ਕਰਨਾ, ਉਸ ਨੂੰ ਚੇਤੇ ਕਰਨਾ, ਤੇ ਸਹੀ ਅਰਥਾਂ ਵਿੱਚ, ਸਹੀ ਸ਼ਬਦਾਂ ਵਿੱਚ ਉਹ ਹੈ ਪ੍ਰਮਾਤਮਾ ਨੂੰ ਯਾਦ ਕਰਨਾ। ਕਹੋ ਕਬੀਰ,
ਇਹ ਰਾਮ ਕੀ ਅੰਸ਼, ਇਹ परमात्मा ਦੀ ਅੰਸ਼ ਹੈ। ਇਹਦਾ ਮਤਲਬ ਹੈ ਇਹ परमात्मा ਹੈ, ਸਾਡਾ ਆਪਣਾ ਆਪਾ परमात्मा ਹੈ। ਉਸ ਦਾ ਚਿੰਤਨ ਕਰਨਾ, परमात्मा ਦੇ ਨਾਮ ਦਾ ਸਿਮਰਨ ਕਰਨਾ। ਸੋ ਇਹ ਦੋ ਚੀਜ਼ਾਂ ਅੱਜ ਆਪਾਂ ਆਤਮ ਚਿੰਤਨ ਦੇ ਇਸ ਅੰਗ ਨੰਬਰ 4 ਹੇਠਾਂ ਯਾਦ ਰੱਖਣੀਆਂ ਨੇ। ਇੱਕ ਤੇ ਆਪਣੇ ਕਰਮਾਂ ਦੀ ਪੜਚੋਲ ਕਰਨੀ ਹੈ, ਤੇ ਦੂਸਰਾ परमात्मा ਦੇ ਨਾਮ ਦਾ ਸਿਮਰਨ ਕਰਨਾ ਹੈ। ਜਦੋਂ ਅਸੀਂ परमात्मा ਦੇ ਨਾਮ ਦਾ ਸਿਮਰਨ ਕਰਾਂਗੇ ਤੇ ਚੰਗੇ ਕਰਮ ਕਮਾਵਾਂਗੇ। ਇਹ ਇਸ ਤਰ੍ਹਾਂ ਹੋਏਗਾ ਜਿਵੇਂ ਮੰਨੋ ਤੁਸੀਂ ਇੱਕ ਚੰਗਾ ਕਰਮ ਕਰ ਰਹੇ ਹੋ ਤੇ ਉਹਦੇ ਨਾਲ ਇੱਕ ਹੋਰ ਜੋੜ ਦਿੱਤਾ ਹੈ, ਤੇ ਉਹ ਇੱਕ ਤੇ ਇੱਕ ਹੁਣ 2 ਹੋ ਗਏ ਨੇ। ਪਰ ਪੰਜਾਬੀ ਦੀ ਤੇ ਕਹਾਵਤ ਹੈ, ਇੱਕ ਤੇ ਇੱਕ 2 ਨਹੀਂ, ਇੱਕ ਤੇ ਇੱਕ 11 ਹੁੰਦੇ ਨੇ। ਜਦੋਂ ਇੱਕ ਦੇ ਨਾਲ ਇੱਕ ਹੋਰ ਲਾ ਦਈਏ ਤਾਂ ਸੱਚੀ ਮੁੱਚੀ 11 ਹੀ ਬਣ ਜਾਂਦੇ ਨੇ। ਸੋ ਆਪਾਂ ਕੋਸ਼ਿਸ਼ ਕਰਨੀ, ਇਸ ਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਅਸੀਂ ਚੰਗੇ ਪਾਸੇ ਨੂੰ ਅੱਗੇ ਤੋਂ ਅੱਗੇ ਵੱਧਦੇ ਜਾਣਾ ਹੈ, ਪਿੱਛੇ ਕਦਮ ਨਹੀਂ ਰੱਖਣਾ। ਸੋ ਇਸ ਨੂੰ ਆਤਮ ਚਿੰਤਨ ਆਖਦੇ ਨੇ। ਉਸ ਤੋਂ ਅਗਲਾ ਨਿਯਮ ਦੇ ਅਧੀਨ ਜਿਹੜਾ ਅੰਗ ਹੈ ਨੰਬਰ 5, ਇਹ ਹੈ ਆਤਮ ਸਮਰਪਣ ਕਰਨਾ ਪ੍ਰਮਾਤਮਾ ਦੇ ਸਨਮੁਖ। ਇਹਦੇ ਲਈ ਮੈਂ ਗੁਰੂ ਚੌਥੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਆਤਮ ਸਮਰਪਣ ਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਆਪਣਤ ਛੱਡ ਦੇਣੀ ਤੇ ਆਪਣਾ ਆਪਾ ਕਿਸੇ ਦੂਸਰੇ ਦੇ ਹਵਾਲੇ ਕਰ ਦੇਣਾ। ਗੁਰੂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਆਖਦੇ ਨੇ, ਅਬ ਹਮ ਚਲੀ ਠਾकुर पै हार, जब हम शरण प्रभु की आई, राख प्रभु भावें मार। और असी ये कहानी पूरे सिख इतिहास विचों बार बार वापरदी हुई वेखदे हां। भाई लहणा अपने आप नूं गुरु नानक देव जी दे समर्पित कर देंदे ने। गुरु अमरदास जी अपना आपा गुरु अंगद देव जी दे समर्पित करते ने। इसे तरह 10 गुरु साहिबाना तक एक घटनाक्रम चलता रहिंदा है। और इस समय दे दौरान हजारां सिख होए ने जिन्हां ने अपना आपा गुरु दे समर्पित किया, अपनत दा त्याग कर दिता ते जो गुरु ने बचन आख्या उसनूं सत सत करके मन लिया। चाहे वह दुनियावी तौर ते मनुखता नूं चंगा लगा या ना चंगा लगा, पर जिसने अपना आपा गुरु नूं समर्पित कर दिता सी उसने बस गुरु दे बचन नूं सत करके चंगा करके ही जीवन विच धारण कर लिया। अखीरले समय गुरु गोबिंद सिंह साहब जी दे जिहड़ी 5 प्यारियां वाली घटना वापरदी आनंदपुर साहब दे अंदर, ਉਹਦੇ ਤੋਂ ਜ਼ਾਹਰ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਆਤਮ ਸਮਰਪਣ ਕਰੀਦਾ ਹੈ। ਗੁਰੂ ਜੀ ਨੇ ਆਵਾਜ਼ ਦਿੱਤੀ ਤੇ ਵਾਰੀ-ਵਾਰੀ 5 ਮਰਜੀਵੜੇ ਸਿੱਖ ਜਿਨ੍ਹਾਂ ਨੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕੀਤਾ ਸੀ ਉੱਠ ਕੇ ਆ ਗਏ। ਇਹੋ ਹੀ ਗੱਲ ਆਖੀ ਸੀ, ਰਾਖ ਪ੍ਰਭੂ ਭਾਵੇਂ ਮਾਰ। ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਇਹ ਸੀਸ ਤੇ ਜਿੱਦਣ ਤੋਂ ਤੁਹਾਡੇ ਚਰਨਾਂ ਵਿੱਚ ਆਏ ਸਾਂ ਉਦਣ ਤੋਂ ਹੀ ਤੁਹਾਡਾ ਸੀ। ਤੁਸੀਂ ਆਵਾਜ਼ ਦਿੱਤੀ ਹੈ ਸਿਰ ਹਾਜ਼ਰ ਏ, ਰੱਖ ਲਵੋ ਭਾਵੇਂ ਮਾਰ ਸੁੱਟੋ। ਸੋ ਅਗਲੀ ਘਟਨਾ ਜੋ ਵਾਪਰੀ ਤੁਸੀਂ ਸਾਰੇ ਉਸ ਤੋਂ ਭਲੀ ਭਾਂਤ ਜਾਣੂ ਹੋ। ਮੈਂ ਸਿਰਫ ਇਹ ਉਦਾਹਰਨ ਇਸ ਲਈ ਤੁਹਾਡੇ ਸਾਹਮਣੇ ਰੱਖੀ ਏ ਕਿ ਇਹ ਉਦਾਹਰਨ ਜਗ ਜ਼ਾਹਰ ਹੈ ਤੇ ਸਾਰੇ ਲੋਕ ਇਸ ਨੂੰ ਸਮਝਦੇ ਨੇ। ਇਸ ਨੂੰ ਆਖਦੇ ਨੇ ਆਤਮ ਸਮਰਪਣ ਕਰਨਾ, ਆਪਣਾ ਆਪਾ ਗੁਰੂ ਦੇ ਪ੍ਰਮਾਤਮਾ ਦੇ ਹਵਾਲੇ ਕਰ ਦੇਣਾ। ਅਬ ਹਮ ਚੱਲੀ ਠਾकुर पै हार, ਹੁਣ ਮੈਂ ਅਬ ਹਮ ਚੱਲੀ ਤੋਂ ਮਤਲਬ ਹੈ ਮੈਂ ਗੁਰੂ ਦੇ ਦਰ ਤੇ ਪਹੁੰਚ ਗਈਆਂ। ਠਾकुर पै हार, ਹਾਰ ਕੇ ਭਾਵ ਹੋਰ ਸਾਰੇ ਪਾਸੇ ਵੇਖੇ ਨੇ। ਗੁਰਬਾਣੀ ਵਿੱਚੋਂ ਇਹੋ ਜੀਆਂ ਬੜੀਆਂ ਮਿਸਾਲਾਂ ਮਿਲਦੀਆਂ ਨੇ ਕਿ ਕਿਸ ਤਰ੍ਹਾਂ ਜਗਿਆਸੂ ਪਹਿਲਾਂ ਭਟਕਦਾ ਫਿਰਦਾ ਹੈ, ਕਦੀ ਕਿਸੇ
ਮਹਾਂਪੁਰਸ਼ ਕੋਲ, ਕਦੀ ਕਿਸੇ ਡੇਰੇ ਤੇ, ਕਦੀ ਕਿਸੇ ਸਾਧੂ ਕੋਲ, ਕਦੀ ਕਿਸੇ ਆਸ਼ਰਮ ਵਿੱਚ। ਪਰ ਜਦੋਂ ਕਿਤੇ ਪੂਰੇ ਗੁਰੂ ਦਾ ਮਿਲਾਪ ਹੁੰਦਾ ਹੈ, ਫਿਰ ਉਹ ਟਿਕ ਜਾਂਦਾ ਹੈ ਤੇ ਆਪਣਾ ਆਪਾ ਉਸ ਗੁਰੂ ਦੇ ਹਵਾਲੇ ਕਰ ਦਿੰਦਾ ਹੈ। ਇਸ ਮਿਸਾਲ ਨੂੰ ਸਮਝਣਾ ਹੋਵੇ ਤੇ ਭੱਟਾਂ ਦੀ ਬਾਣੀ ਵਿੱਚੋਂ ਭੱਟ ਸਾਹਿਬਾਨਾਂ ਨੇ ਬਚਨ ਆਪ ਹੀ ਲਿਖੇ ਹੋਏ ਨੇ। ਬਰਸ ਏਕ ਹਉ ਫਿਰਿਓ ਕਿਨੇ ਨੋ ਪਰਚੋ ਲਾਇਓ, ਕਹਿਤਿਓ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਉਹ ਪੂਰਾ ਸਵਈਆ ਜੇ ਤੁਸੀਂ ਪੜੋ, ਉਹਦੇ ਵਿੱਚੋਂ ਬੜਾ ਸਪਸ਼ਟ ਹੁੰਦਾ ਹੈ। ਭੱਟ ਸਾਹਿਬਾਨ ਇਹ ਆਖਦੇ ਨੇ ਕਿ ਅਸੀਂ ਪੂਰੇ ਗੁਰੂ ਦੀ ਭਾਲ ਵਿੱਚ ਭਟਕਦੇ ਫਿਰੇ, ਸਾਰਾ ਸਾਲ ਲੰਘ ਗਿਆ, ਕਿਸੇ ਨੇ ਸਾਡੀ ਬਾਂਹ ਨਹੀਂ ਫੜੀ। ਪਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ ਆ ਤੇ ਉਹ ਜਿਹੜੀ ਭਟਕਣਾ ਸੀ ਉਹ ਮਿਟ ਗਈ ਹੈ। ਜਿਵੇਂ ਹੀ ਭਟਕਣਾ ਮਿਟੀ ਹੈ, ਆਪਣਾ ਆਪਾ ਸਮਰਪਿਤ ਫਿਰ ਕਰਨਾ ਨਹੀਂ ਪੈਂਦਾ, ਫਿਰ ਹੋ ਜਾਂਦਾ ਹੈ। ਬਸ ਜਿਵੇਂ ਹੀ ਭਟਕਣਾ ਮਿਟੀ, ਉਹਨਾਂ ਦਾ ਸਿਰ ਗੁਰੂ ਚਰਨਾਂ ਵਿੱਚ ਪਿਆਰ ਤੇ ਸਤਿਕਾਰ ਨਾਲ ਝੁਕ ਗਿਆ ਤੇ ਸਿਰ ਝੁਕਾਉਣ ਨੂੰ ਹੀ ਆਤਮ ਸਮਰਪਣ ਆਖੀਦਾ ਹੈ। ਜੇ ਸਾਨੂੰ ਚੇਤਾ ਰਹੇ, ਅਸੀਂ ਹਰ ਹਫ਼ਤੇ 1 ਵਾਰੀ, 2 ਵਾਰੀ, 3 ਵਾਰੀ, 4 ਵਾਰੀ ਗੁਰਦੁਆਰੇ ਚ ਆਉਂਦੇ ਆ ਤੇ ਆਪਣਾ ਸਿਰ ਗੁਰੂ ਦੇ ਅੱਗੇ ਝੁਕਾ ਦਿੰਦੇ ਆ। ਫਿਰ ਹੋਣਾ ਤੇ ਇਹ ਚਾਹੀਦਾ ਹੈ ਕਿ 1 ਵਾਰੀ ਗੁਰੂ ਚਰਨਾਂ ਵਿੱਚ ਸਿਰ ਝੁਕਾ ਦਿੱਤਾ, ਆਪਣਤ ਛੱਡ ਦਿੱਤੀ, ਗੁਰੂ ਨੂੰ ਆਪਣਾ ਆਪਾ ਸਮਰਪਿਤ ਕਰ ਦਿੱਤਾ, ਫਿਰ ਸਾਡੇ ਅੰਦਰ ਹਉਮੈ ਨਾ ਆਵੇ। ਪਰ ਵੇਖਣ ਨੂੰ ਤੇ ਇਉਂ ਹੀ ਮਿਲਦਾ ਹੈ ਕਿ ਇਸ ਦਰਵਾਜ਼ੇ ਤੋਂ ਬਾਹਰ ਬਾਅਦ ਵਿੱਚ ਨਿਕਲੀਦਾ ਹੈ, ਹਉਮੈ ਪਹਿਲਾਂ ਹੀ ਉੱਥੇ ਭਰੀ ਹੁੰਦੀ ਜਿੱਥੇ ਪਹਿਲਾਂ ਸੀ। ਅਸੀਂ ਮੱਥਾ ਟੇਕਿਆ ਹੀ ਨਹੀਂ, ਅਸੀਂ ਆਪਣਤ ਛੱਡੀ ਹੀ ਨਹੀਂ। ਅਸੀਂ ਉਹੋ ਹੀ ਹਉਮੈ ਜਿਹੜੀ ਘਰੋਂ ਲੈ ਕੇ ਆਏ ਸਾਂ, ਇੱਥੇ ਆ ਕੇ ਵੀ ਉਹੋ ਹੀ ਆਪਣੇ ਨਾਵਾਂ ਦੇ ਨਾਲ ਵੱਡੀਆਂ ਵੱਡੀਆਂ ਪਦਵੀਆਂ ਤੇ ਅਹੁਦੇ ਲਗਾ ਕੇ ਅਰਦਾਸਾਂ ਵਿੱਚ ਬੁਲਵਾਉਣਾ ਚਾਹੁੰਦੇ ਆ। ਇਹਦਾ ਮਤਲਬ ਤੇ ਬੜਾ ਹੀ ਸਪਸ਼ਟ ਹੈ। ਗੁਰੂ ਦੇ ਦਰ ਤੇ ਮੰਗਤੇ ਬਣ ਕੇ ਆਉਣਾ ਚਾਹੀਦਾ, ਸਰਦਾਰ ਬਣ ਕੇ ਨਹੀਂ। ਸੋ ਮੰਗਤੇ ਬਣ ਕੇ ਜਿੱਦਣ ਅਸੀਂ ਆਵਾਂਗੇ, ਆਪਣਤ ਛੱਡ ਦਿਆਂਗੇ, ਸਮਰਪਿਤ ਦੀ ਭਾਵਨਾ ਹੋਏਗੀ ਤੇ ਗੁਰੂ ਸਾਡੀ ਬਾਂਹ ਫੜਨ ਨੂੰ ਦੇਰ ਨਹੀਂ ਲਗਾਏਗਾ। ਜਿੰਨਾ ਚਿਰ ਅਸੀਂ ਆਤਮ ਸਮਰਪਣ ਨਹੀਂ ਕਰਦੇ, ਆਪਣੀ ਹਉਮੈ ਨੂੰ ਛੱਡਦੇ ਨਹੀਂ ਹਾਂ, ਉਹਨਾਂ ਚਿਰ ਸ਼ਾਇਦ ਜੋ ਵਾਪਰ ਰਿਹਾ ਹੈ ਇਸ ਨੂੰ ਕੋਈ ਰੋਕ ਨਹੀਂ ਪਾਏਗਾ। ਅਬ ਹਮ ਚੱਲੀ ਠਾਕੁਰ ਪੈ ਹਾਰ, ਇੱਥੇ ਤੇ ਹਾਰ ਕੇ ਆਉਣਾ ਹੁੰਦਾ ਹੈ। ਅਸੀਂ ਜੇਤੂ ਬਣ ਕੇ ਆਉਂਦੇ ਹਾਂ। ਹਾਰ ਕੇ ਇੱਥੇ ਜਿੱਦਣ ਅਸੀਂ ਆਵਾਂਗੇ, ਉਦਣ ਸਹੀ ਅਰਥਾਂ ਵਿੱਚ ਜਿੱਤ ਕੇ ਜਾਵਾਂਗੇ। ਤੇ ਜਿੰਨਾ ਚਿਰ ਜੇਤੂ ਬਣ ਕੇ ਆਉਂਦੇ ਹਾਂ, ਅਸੀਂ ਜੀਵਨ ਦੀ ਬਾਜੀ ਹਾਰ ਕੇ ਹੀ ਜਾਂਦੇ ਰਹਾਂਗੇ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਜਦੋਂ ਮੈਂ ਆਪਣੇ ਪ੍ਰਭੂ, ਆਪਣੇ ਮਾਲਕ ਦੀ ਸ਼ਰਨ ਵਿੱਚ ਆ ਗਈ, ਆਪਣਤ ਛੱਡ ਕੇ, ਤੇ ਆ ਕੇ ਫਿਰ ਮੈਂ ਗੁਰੂ ਨੂੰ, ਪ੍ਰਭੂ ਨੂੰ ਇਹ ਗੱਲ ਆਖ ਦਿੱਤੀ, ਰਾਖ ਪ੍ਰਭੂ ਭਾਵੇਂ ਮਾਰ, ਹੁਣ ਤੇਰੀ ਮਰਜ਼ੀ ਏ, ਮੈਂ ਆਪਣਾ ਆਪਾ ਤੇਰੇ ਹਵਾਲੇ ਕਰ ਦਿੱਤਾ ਹੈ, ਹੁਣ ਤੂੰ ਜਿਵੇਂ ਮੈਨੂੰ ਰੱਖੇ, ਮੈਂ ਜੀਵ ਰੂਪ ਇਸਤਰੀ ਉਸੇ ਹੀ ਤਰ੍ਹਾਂ ਰਹਾਂਗੀ। ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ। ਲੋਕਨ ਕੀ ਚਤੁਰਾਈ ਦਾ ਅਰਥ ਹੈ ਸਿਆਣਪ। ਜਿਹੜੀ ਦੁਨਿਆਵੀ ਸਿਆਣਪ ਹੈ ਨਾ, ਅਤੇ ਜਿਹੜੀ ਲੋਕਾਂ ਵੱਲੋਂ ਵਡਿਆਈ ਮਿਲਦੀ ਹੈ ਉਪਮਾ, ਉਸ ਨੂੰ ਮੈਂ ਅੱਗ ਵਿੱਚ ਸਾੜ ਦਿੱਤਾ ਹੋਇਆ। ਮੈਨੂੰ ਨਾ ਲੋਕਾਂ ਦੀ ਵਡਿਆਈ ਦੀ ਲੋੜ ਰਹੀ ਹੈ ਤੇ ਨਾ ਹੀ ਮੇਰੇ ਅੰਦਰ ਦੁਨੀਆਦਾਰਾਂ ਵਾਲੀ ਚਤੁਰਾਈ ਰਹੀ ਹੈ, ਸਿਆਣਪ ਰਹੀ ਹੈ। ਆਪਾਂ ਜਪਜੀ ਸਾਹਿਬ ਪੜ੍ਹਦੇ ਹੀ ਹਾਂ, ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ। ਇਹ ਸਿਆਣਪਾਂ ਦੁਨਿਆਵੀ ਗੁਰੂ ਸਾਹਮਣੇ ਛੱਡਣੀਆਂ ਪੈਣੀਆਂ। ਬਾਹਰ ਤਾਂ ਰੱਖੋ, ਆਪਣਾ ਕੰਮ ਕਾਜ ਕਰਨਾ, ਸਿਆਣਪ ਨਾਲ ਕਰੋ, ਬੁੱਧੀ ਨਾਲ ਕਰੋ, ਅਕਲ ਨਾਲ ਕਰੋ, ਪਰ ਉਹ ਜਿਹੜੀਆਂ ਸਿਆਣਪਾਂ ਤੇ ਚਤੁਰਾਈਆਂ ਨੇ, ਗੁਰੂ ਦੇ ਸਾਹਮਣੇ ਆ ਕੇ ਛੱਡ ਦਿਆ ਕਰੀਏ। ਅਸੀਂ ਗੁਰੂ ਨਾਲੋਂ ਵੱਧ ਸਿਆਣੇ ਨਹੀਂ ਹਾਂ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ।
तन दियो है ढार दा मतलब है मैं अपना शरीर गुरु नूं भेटा कर दिता है। हुण मैनू कोई माड़ा आखे ते भावें मैनू कोई चंगा आखे, भाई लहणा जी नूं आखिया सी तैनूं लोकी मूर्ख आखणगे, पागल आखणगे, गुरु नानक साहब दे आखे लग के रुख ते चढ़न लगा मठियाई लगा सुट्टण तूं। भाई लहणा जी ने आखिया सी कुछ डिगे ना डिगे, लोकी मूर्ख आखण, लोकी पागल आखण, मेरा इहदे नाल कोई भी लैण देण नहीं। मैं ते अपना आपा गुरु दे समर्पित कीता है ते गुरु दा वचन मन के कर्म करी जाना है। की हो रहा की नहीं हो रहा इस दी जिम्मेवारी गुरु ते है। जो आवत शरण ठाकुर प्रभ तुमरी तिस राखो कृपा ताहर। हे ठाकुर अकाल पुरख वाहिगुरु जो भी तुहाडी शरण विच आउंदा है तुसी उस नूं किरपा करके रखदे हो, बचाउंदे हो। भाव जिहड़ा भी अपना आपा तुहाडे समर्पित करदा है तुसी उस दी इज्जत ते पत रखदे ही हो। जन नानक शरण तुम्हारी हर जियो, दास नानक हे हरि वाहिगुरु जियो तुहाडी शरण विच आया है, राखो लाज मुरार, मेरी इज्जत ते पत रखो। भाव ये जिहड़ा मेरा जीवन है इसनूं सफल बना दिओ। इज्जत ते पत मेरी तां ही रहेगी जे मैं हर वारी जमा दे वस पैणों बच जावां। ਉਹ हर घड़ी मेरी बेइज्जती करते ने। वो किहड़े जम? 5 विकार जिहड़े मौत दे जम ने, अजे उन्हां दी गल नहीं हो रही। इत्थे 5 विकार जिहड़े ने जम रूप होके सानू चंबड़े होए ने। कदी साडी बेइज्जती काम करवाउंदा है, कदी साडी बेइज्जती क्रोध करवाउंदा है, कदी साडी बेइज्जती लोभ करवाउंदा है। ये जम ने, ये साडी बेइज्जती करवाउंदे ने हर घड़ी हर पल दुनिया विच। गुरु साहब आखदे ने मेरे ते दया करो, मैनू इन्हां जमां तो बचा लो, मेरी इज्जत रखो, मेरी पत रखो। सो अज असीं इस नियम दे अंतरगत आउंदे 2 अंग समझे ने, आत्म चिंतन ते ईश्वर समर्पण। ये 2 चीजां चेते रखनियां। पिछे जो असीं कीता है यम दे अधीन ते हुण नियम दे अधीन जे सारे चेता रख सको ते बड़ी खुशी दी गल होएगी। नहीं ते जिहड़ियां चीजां असीं इत्थे संगत विच सांझियां करदे हां कम से कम उन्नियां ते चेते रखिया ही करिए तां जो साडा इह मनुखा जीवन सफल जीवन बन सके। जो सानू गुरु साहिबां ने गुण समझाए ने वो साडे जीवन विच आ सकन। सो इस तो अगली जिहड़ी गल है वो असीं आउण वाले समय च करांगे। इस हठ योग ते राज योग दे अंतरगत नंबर 3 है आसन। इस आसन तो असीं अगली कथा तो प्रारंभ करके फिर गल अगे तोरांगे। वाहिगुरू जी मेहर करन असीं इन्हां चीज़ां नूं समझ के जीवन विच अपना सकीए। इन्ने क बचन प्रवान करना जी। होईयां भुल्लां दी खिमा प्यार नाल आखो जी। वाहिगुरू जी का खालसा वाहिगुरू जी की फतेह।